ਹੈਲੋ ਐਵਰੀਵਨ, ਅੱਜ ਆਪਾਂ ਕਰਾਂਗੇ ਪਾਠ 18 ਕਹੀ ਹੱਸ ਪਈ। ਮੈਂ ਹੁਣ ਰੁੱਖ ਨਹੀਂ ਵੱਢ ਸਕਦਾ, ਕੁਹਾੜਾ ਬੋਲਿਆ। ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਸੁਣ ਕੇ ਅੰਮ੍ਰਿਤ ਸਿੰਘ ਸੋਚੀ ਪੈ ਗਿਆ। ਅੰਮ੍ਰਿਤ ਸਿੰਘ ਅੱਜ ਸਬਕਤੇ ਹੀ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨੀਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅੰਮ੍ਰਿਤ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣ ਸਾਰ ਹੀ ਉਹ ਡਰ ਗਿਆ। ਪਤਾ ਨਹੀਂ ਕਿ ਮੈਂ ਬੋਲਦੀ ਹਾਂ। ਉਸ ਦੇ ਡਰ ਨਾਲ ਕੰਬਦੇ ਹੱਥਾਂ ਵਿੱਚੋਂ ਕੁਹਾੜਾ ਡਿੱਗ ਪਿਆ। ਉਹ ਤ੍ਰਭਕ ਕੇ ਪਿੱਛੇ ਨੂੰ ਹਟਦਾ ਹੋਇਆ ਕੁਹਾੜੇ ਨੂੰ ਬੋਲਿਆ, ਕੀ ਗੱਲ, ਤੂੰ ਰੁੱਖ ਕਿਉਂ ਨਹੀਂ ਵੱਢ ਸਕਦਾ? ਕੀ ਤੇਰੀ ਤਾਰ ਤਿੱਖੀ ਨਹੀਂ? ਤਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ਵੱਢਣ ਲਈ ਨਹੀਂ, ਕੁਹਾੜਾ ਧੀਰਜ ਨਾਲ ਬੋਲਿਆ। ਮੇਰਾ ਖੇਤ ਹੈ, ਮੇਰੇ ਦਾਦੇ ਦਾ ਲਾਇਆ ਰੁੱਖ ਹੈ, ਤੈਨੂੰ ਦੱਸ ਕੀ ਤਕਲੀਫ ਹੈ? ਅਮਰੀਕ ਸਿੰਘ ਨੇ ਆਪਣਾ ਹੱਕ ਜਤਾਇਆ। ਤਕਲੀਫ ਤਾਂ ਬਾਈ ਇਹ ਹੈ ਕਿ ਖੇਤ 'ਚ ਇੱਕੋ ਰੁੱਖ ਰਹਿ ਗਏ। ਜੇ ਇਹ ਵੀ ਵੱਢ ਦਿੱਤਾ ਜਾਵੇ ਤਾਂ ਪੰਛੀ ਆਉਣਲੇ ਕਿੱਥੇ ਬਣਾਉਣਗੇ, ਆਂਡੇ ਕਿੱਥੇ ਦੇਣਗੇ, ਮੀਂਹ ਹਨੇਰੀ ਵਿੱਚ ਕੀ ਬਣੂ ਉਹਨਾਂ ਦਾ? ਕੁਹਾੜੇ ਨੇ ਨੀਮ ਦੇ ਫੁੱਲੇ ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਰੱਖਿਆ। ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ ਅਮਰੀਕ ਸਿੰਘ ਖੇਤ ਦੀ ਵੱਟ ਉੱਤੇ ਬੈਠ ਗਿਆ। ਇੰਨੇ ਨੂੰ ਦਿਲੀਪ ਤੇ ਸੋਨਾ ਵੀ ਆ ਗਏ। ਚੱਲ ਬਈ ਚਾਚਾ, ਤੇਰੀ ਇਸ ਨੀਮ ਨੂੰ ਵੱਢ ਸੁੱਟੀਏ। ਸੋਹਨ ਨੇ ਆਉਣ ਸਾਰ ਹੀ ਕਹੀ ਨੂੰ ਹੱਥ ਪਾ ਲਿਆ। ਸੋਹਨ ਅਜੇ ਨੀਮ ਦੇ ਆਲੇ ਦੁਆਲੇ ਗੇੜਾ ਦੇ ਕੇ ਉਸ ਦੀਆਂ ਜੜ੍ਹਾਂ ਨੰਗੀਆਂ ਕਰਨ ਲਈ ਤਿਆਰ ਹੀ ਹੋਇਆ ਸੀ ਕਿ ਕਹੀ ਬੋਲ ਪਈ, ਸੋਹਨ ਮੀਆਂ, ਨੀਮ ਦੀਆਂ ਜੜ੍ਹਾਂ ਦੁਆਲਿਓਂ ਮੈਂ ਮਿੱਟੀ ਨਹੀਂ ਪੁੱਟਣੀ। ਸੋਹਨ ਸਿੰਘ ਨੂੰ ਕੁਛ ਨਾ ਸੁਝਿਆ। ਉਹ ਡੋਰ ਪੋਰ ਹੋਇਆ ਆਲੇ ਦੁਆਲੇ ਦੇਖਣ ਲੱਗ ਪਿਆ। ਚਾਚਾ, ਕਹੀ ਬੋਲਦੀ ਹੈ। ਉਹ ਹੈਰਾਨ ਪਰੇਸ਼ਾਨ ਹੋਇਆ ਅਮਰੀਕ ਸਿੰਘ ਕੋਲ ਆ ਗਿਆ। ਬੋਲਦੀ ਹੈ ਕਹੀ? ਤੇਰੀ ਕੰਮ ਕਰਨ ਦੀ ਨੀਤ ਨਹੀਂ ਤੇਰੀ, ਆਉਣ ਸਾਰ ਬਹਾਨੇ ਬਣਾਉਣ ਲੱਗ ਪਿਆ। ਦਲੀਪ ਸਿੰਘ ਨੇ ਸਿਰ ਉੱਤੇ ਪੱਗ ਲਪੇਟ ਕੇ ਉਸ ਦੇ ਹੱਥੋਂ ਕਹੀ ਫੜ ਲਈ। ਸੱਚੀ, ਮੈਂ ਕਿਤੇ ਝੂਠ ਬੋਲਦਾ? ਮੈਨੂੰ ਆਵਾਜ਼ ਪਈ ਹੈ। ਓਏ ਡਰਾਕਲਾ, ਆ ਜਾ, ਮੈਂ ਦੇਖਦਾ। ਦਿਲੀਪ ਕਹੀ ਮੋਢੇ ਉੱਤੇ ਰੱਖ ਕੇ ਨੀਮ ਕੋਲ ਆ ਗਿਆ। ਇੰਨੇ ਨੂੰ ਕਹੀ ਬੋਲ ਪਈ, ਦਿਲੀਪ ਭਾਈ, ਚਲਾਈ ਨਾ, ਮੈਂ ਨਹੀਂ ਪੁੱਟਣੀ ਮਿੱਟੀ। ਆ ਜਾ ਭਾਈ ਦਿਲੀਪ, ਪਹਿਲਾਂ ਕੁਹਾੜੇ ਨੇ ਹੀ ਵੀ ਮੈਨੂੰ ਜਵਾਬ ਦੇ ਦਿੱਤਾ। ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ, ਪਰ ਹੁਣ ਕਹੀ ਨੇ ਵੀ ਜਵਾਬ ਦੇ ਦਿੱਤਾ। ਬਸ ਚਾਚਾ, ਹੁਣ ਤਾਂ ਨੀਮ ਦੀ ਬੋਲਣੋਂ ਰਹਿ ਗਈ। ਬਈ ਮੈਨੂੰ ਨਾ ਵੜਿਓ, ਸੋਹਨ ਦੇ ਨੀਮ ਵੱਲ ਨੂੰ ਹੱਥ ਕਰਕੇ ਕਿਹਾ। ਸੋਹਨ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਨੀਮ ਬੋਲ ਪਈ, ਹਾਂ ਭਾਈ ਸੋਹਨ, ਮੈਨੂੰ ਨਾ ਵੜਿਓ। ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਹ ਚਾਚਾ, ਜ਼ਰੂਰ ਕੋਈ ਗੱਲ ਹੈ। ਨੀਮ ਵੀ ਗੱਲਾਂ ਕਰਦੀ ਹੈ। ਨੀਮ ਨੂੰ ਵੱਢਣ ਵਾਲੇ ਸੰਤ ਵੀ ਬੋਲਦੇ ਐ। ਇੱਥੇ ਭੱਜ ਲਓ। ਦਿਲੀਪ ਤੇ ਸੋਹਨ ਭੱਜਣ ਲਈ ਤਿਆਰ ਖੜੇ ਸਨ। ਠਹਿਰੋ ਬਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ। ਅਮਰੀਕ ਸਿੰਘ ਨੇ ਉੱਠ ਕੇ ਨੀਮ ਦੇ ਆਲੇ ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਸੀ। ਉਸ ਦੀਆਂ ਬਾਤਾਂ ਵਿੱਚ ਪਸ਼ੂ ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ, ਪਰ ਕਹੀ, ਕੁਹਾੜੇ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਣੇ ਨੇ। ਉਹ ਮੂੰਹ ਵਿੱਚ ਬੜਬੜਾਉਂਦਾ ਨੀਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ। ਅਮਰੀਕ ਮੀਆਂ, ਤੇਰੇ ਦਾਦੇ ਬਸੰਤ ਸਿੰਘ ਨੇ ਖੇਤ ਵਿੱਚੋਂ 5 ਰੁੱਖ ਲਾਏ ਸਨ। ਉਹਨਾਂ ਵਿੱਚੋਂ 4 ਤਾਂ ਤੂੰ ਵੱਢ ਲਏ, ਪਰ ਉਹਨਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰਕੇ ਆ ਗਿਆ ਹੈ। ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਤੇ ਸਾਰੇ ਜੀਅ ਜੰਤ ਜਿਉਂਦੇ ਨੇ। ਰੁੱਖਾਂ ਤੋਂ ਬਗੈਰ ਉਹਨਾਂ ਸਭਨਾਂ ਦਾ ਕੀ ਬਣੂ? ਹੁਣ ਨੀਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ। ਆ ਜਾਓ, ਰੋਟੀ ਖਾ ਲਓ। ਇੰਨੇ ਨੂੰ ਅਮਰੀਕ ਸਿੰਘ ਦੀ ਪਤਨੀ ਭਗਵਾਨ ਕੌਰ ਦੀ ਲੰਮੀ ਹੇਕ ਵਿੱਚ ਆਵਾਜ਼ ਸੁਣਾਈ ਦਿੱਤੀ, ਆਹ ਸੁਣ ਲੈ ਭਗਵਾਨ ਕੌਰੇ, ਨਿੰਮ ਬੋਲਦੀ ਹੈ। ਬਈ ਮੈਨੂੰ ਨਾ ਵੱਢੋ। ਅਮਰੀਕ ਸਿੰਘ ਮੱਥੇ ਉੱਤੇ ਹੱਥ ਰੱਖਦਾ ਬੋਲਿਆ, ਲੈ, ਤੁਹਾਨੂੰ ਹਰ ਵਕਤ ਮਖੌਲ ਸੁਝਦੇ ਰਹਿੰਦੇ ਨੇ। ਆਓ ਪਹਿਲਾਂ ਰੋਟੀ ਖਾ ਲਿਓ। ਭਗਵਾਨ ਕੌਰ ਨੇ ਥਾਲ ਦੀ ਵੱਟ ਉੱਤੇ ਰੋਟੀਆਂ ਵਾਲੀ ਟੋਕਰੀ ਤੇ ਲੱਸੀ ਵਾਲਾ ਕੁੱਜਾ ਰੱਖਦਿਆਂ ਕਿਹਾ।
ਚਾਚੀ, ਸੱਚਮੁੱਚ ਨੀਮ ਵੀ ਬੋਲਦੀ ਹੈ ਤੇ ਕਹੀ ਤੇ ਕੁਹਾੜਾ ਵੀ ਸਵਾਲ ਜਵਾਬ ਕਰਦੇ। ਅਸੀਂ ਕੰਨੀ ਸੁਣੇ ਨੇ। ਦਿਲੀਪ ਤੇ ਸੋਹਨ ਇਕੱਠੇ ਹੀ ਬੋਲ ਪਏ। ਅੱਛਾ। ਮੂੰਹ ਉੱਤੇ ਉਂਗਲੀ ਰੱਖਦੀ ਭਗਵਾਨ ਕੌਰ ਨੀਮ ਦੇ ਕੋਲ ਖੜੇ ਅਮਰੀਕ ਸਿੰਘ ਦੇ ਕੋਲ ਆ ਗਈ। ਲੈ ਮੈਂ ਵੀ ਸੁਣਾ ਭਲਾ, ਨੀਮ ਕਿਵੇਂ ਬੋਲਦੀ ਹੁੰਦੀ ਹੈ। ਬੋਲ ਨਿੰਮੇ ਬੋਲ। ਭਗਵਾਨ ਕੌਰ ਖਿੜ ਹੱਸ ਰਹੀ ਸੀ। ਭਗਵਾਨ ਕੌਰੇ, ਤੇਰੀ ਸੱਸ ਮੇਰੀਆਂ ਨਿਮੋਲੀਆਂ ਦਾ ਸਾਬਣ ਬਣਾਉਂਦੀ ਹੁੰਦੀ ਸੀ। ਜਦੋਂ ਅਮਰੀਕ ਸੀ ਜੰਮਿਆ ਸੀ ਤਾਂ ਤੇਰੀ ਬੇਬੇ ਜੀ ਨੇ ਮੇਰੀ ਹਰੀ ਟਹਿਨੀਆਂ ਲਿਜਾ ਕੇ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਾਈ, ਸੱਚੀ ਬੋਲਦੀ ਲੱਗਦੀ ਐ ਨੀਮ ਤਾਂ। ਉਹ ਡਰ ਕੇ ਨੀਮ ਦੇ ਤਣੇ ਤੇ ਹੱਥ ਚੁੱਕਦੀ ਬੋਲੀ। ਮੈਂ ਤਾਂ ਭਾਈ ਆਪ ਹੀ ਦੋਹਾਂ ਪੋਤਿਆਂ ਬਾਰੇ ਤੇਰੀ ਟਹਿਨੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਗਵਾਨ ਕੌਰ ਨੀਮ ਦੇ ਤਣੇ ਨੂੰ ਪਿਆਰ ਨਾਲ ਛੂੰਹਦਿਆਂ ਹੋਇਆਂ ਬੋਲਦੀ ਰਹੀ। ਨੀਮ ਭੈਣੇ, ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜਾ ਬਣਾਉਣਾ ਹੈ ਤੇ ਬੈਠਕ ਦੇ ਬੂਹੇ ਬਾਰੀਆਂ ਵੀ ਬਣਾਉਣੇ ਨੇ। ਭਗਵਾਨ ਕੌਰ ਨੀਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜੀ ਹੋ ਗਈ। ਰੁੱਖ ਤੋਂ ਲੱਕੜੀ ਤਾਂ ਹੀ ਮਿਲਦੀ ਰਹੂ ਜੇ ਵੱਢਣ ਦੇ ਨਾਲ ਨਾਲ ਰੁੱਖ ਲਾਏ ਵੀ ਜਾਂਦੇ ਰਹਿਣਗੇ। ਉਸ ਨੂੰ ਕਹੀ ਅਤੇ ਕੁਹਾੜੇ ਦੋਹਾਂ ਦੀ ਇਕੱਠੀ ਆਵਾਜ਼ ਸੁਣਾਈ ਦਿੱਤੀ। ਹਾਂ, ਇਹ ਗੱਲ ਤਾਂ ਠੀਕ ਹੈ ਭਾਈ। ਜਦ ਮੈਂ ਵਿਆਹੀ ਆਈ ਸੀ ਤਾਂ ਆਹ ਰਾਹ ਦੇ ਦੋਹੀ ਪਾਸੀ ਬੇਰੀਆਂ ਦੇ ਪਾਲ ਹੁੰਦੀ ਸੀ। ਘਰੋਂ ਰੋਟੀ ਲੈ ਕੇ ਤੁਰਦੇ ਤਾਂ ਬੇਰਾਂ ਦੇ ਪੱਲੇ ਭਰ ਲੈਂਦੇ ਤੇ ਬੇਰ ਖਾਂਦੇ ਖਾਂਦੇ ਖੇਤ ਪਹੁੰਚ ਜਾਂਦੇ। ਘਰਾਂ ਨੂੰ ਮੁੜਦੇ ਹੋਏ ਫੇਰ ਬੇਰ ਦੇ ਪੱਲੇ ਭਰ ਕੇ ਬੱਚਿਆਂ ਲਈ ਲੈ ਆਉਂਦੇ। ਹੁਣ ਤਾਂ ਖੇਤਾਂ ਤੋਂ ਪਿੰਡ ਤੱਕ ਰੜਾ ਮੈਦਾਨ ਪਿਆ ਹੈ। ਸੱਚਮੁੱਚ ਰੁੱਖਾਂ ਤੋਂ ਬਿਨਾਂ ਮੈਨੂੰ ਤਾਂ ਆਪ ਖੇਤ ਸੁਨੇ ਸੁਨੇ ਲੱਗਦੇ ਐ ਭਾਈ। ਗੱਲਾਂ ਕਰਦੀ ਕਰਦੀ ਭਗਵਾਨ ਕੌਰ ਆਪ ਉਦਾਸ ਹੋ ਗਈ ਸੀ। ਭਗਵਾਨ ਕੌਰੇ, ਜਦੋਂ ਦਾ ਪਿੰਡ ਵਿੱਚ ਆਰਾ ਲੱਗਿਆ ਹੈ, ਆਪਣੀ ਲੋੜ ਪੂਰੀਆਂ ਕਰਨ ਲਈ ਸਭ ਨੂੰ ਰੁੱਖ ਵੱਢ ਕੇ ਆਰੇ ਵਾਲਿਆਂ ਨੂੰ ਵੇਚ ਦਿੱਤੇ ਨੇ। ਸਾਡੇ ਵਾਂਗੂ ਸਾਰੇ ਲੋਕੀ ਸੁਆਰਥੀ ਹੋ ਗਏ ਨੇ। ਅਮਰੀਕ ਸਿੰਘ ਦੇ ਗੱਲਾਂ ਵਿੱਚ ਵੀ ਉਦਾਸੀ ਭਰੀ ਹੋਈ ਸੀ। ਚਾਚਾ, ਮੈਨੂੰ ਨੀਮ ਦੀਆਂ ਗੱਲਾਂ ਸੁਣ ਕੇ ਸਾਡੇ ਮਾਸਟਰ ਜੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਨੇ। ਮਾਸਟਰ ਜੀ ਕਹਿੰਦੇ ਹੁੰਦੇ ਸੀ, ਜੇ ਧਰਤੀ ਉੱਤੇ ਰੁੱਖ ਨਾ ਰਹੇ ਤਾਂ ਧਰਤੀ 'ਤੇ ਕੋਈ ਵੀ ਜੀਵ ਜੰਤੂ ਜਿਉਂਦਾ ਨਹੀਂ ਰਹਿ ਸਕਦਾ। ਸੋਹਣਾ ਇੰਨੀ ਗੱਲ ਕਹਿ ਕੇ ਮੱਥੇ ਉੱਤੇ ਹੱਥ ਰੱਖਦਾ ਹੋਇਆ ਖਾਲ ਦੀ ਵੱਟ 'ਤੇ ਬਹਿ ਗਿਆ। ਓਏ ਆਹੋ, ਆਕਸੀਜਨ ਦਿੰਦੇ ਐ ਰੁੱਖ, ਆਕਸੀਜਨ ਨਾਲ ਬੰਦਾ ਜਿਉਂਦੇ। ਨੀਮ ਦੇ ਆਲੇ ਦੁਆਲੇ ਗੇੜਾ ਦੇ ਕੇ ਦਿਲੀਪ ਵੀ ਸੋਹਨ ਦੇ ਕੋਲ ਆ ਕੇ ਬੈਠ ਗਿਆ। ਭਗਵਾਨ ਕੌਰੇ, ਮੈਂ ਤਾਂ ਕਹਿੰਦਾ ਬਈ ਸਾਡੇ ਨਾਲੋਂ ਤਾਂ ਕਹੀ ਤੇ ਕੁਹਾੜਾ ਹੀ ਚੰਗੇ ਨੇ। ਜਾਂ ਫਿਰ ਮੇਰਾ ਪੁੱਤ ਗਗਨਦੀਪ, ਜਿਸ ਨੇ ਨੀਮ ਵੱਢਣ ਤੋਂ ਮੈਨੂੰ ਬੜਾ ਰੋਕਿਆ, ਪਰ ਮੈਂ ਹੀ ਲਾਲਚੀ ਹੋ ਗਿਆ ਸੀ। ਚਾਚਾ, ਜਾਪਦੇ ਗੁਰਦੀਪ ਖੇਤ ਵਿੱਚ ਲਾਉਣ ਲਈ ਬੂਟੇ ਲੈ ਕੇ ਆ ਗਿਆ। ਦਿਲੀਪ ਉੱਠ ਕੇ ਪਿੰਡ ਵੱਲ ਦੇਖਦਾ ਬੋਲਿਆ। ਓਏ ਆਹੋ, ਸਵੇਰੇ ਸ਼ਹਿਰ ਨੂੰ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਸੀ ਗੁਰਦੀਪ, ਬਈ ਬੂਟੇ ਲਾਉਣ ਲਈ ਟੋਏ ਪੁੱਟ ਕੇ ਰੱਖਿਓ। ਉਹ ਕਹਿੰਦਾ ਸੀ ਕਿ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਜਿੰਨੇ ਸਾਲ ਉਮਰ ਦੇ ਓਨੇ ਰੁੱਖਾਂ ਦੇ ਬੂਟੇ। ਨੀਮ ਭੈਣ, ਦੇਖ ਲੈ, ਮੇਰੇ ਪੁੱਤ ਗੁਰਦੀਪ ਨੇ ਤੇਰੇ ਹੱਕ ਦੀ ਗੱਲ ਕੀਤੀ ਹੈ। ਨੀਮ ਵੱਲ ਮੂੰਹ ਕਰਕੇ ਭਗਵਾਨ ਕੌਰ ਨੇ ਦੋਵੇਂ ਹੱਥ ਜੋੜੇ। ਚੱਲ ਬਈ ਦਿਲੀਪ, ਬੂਟੇ ਲਾਉਣ ਲਈ ਟੋਏ ਪੁੱਟਣੇ ਸ਼ੁਰੂ ਕਰੀਏ। ਅਮਰੀਕ ਸਿੰਘ ਨੇ ਗੁਰਦੀਪ ਨੂੰ ਬੂਟੇ ਚੁੱਕੀ ਆਉਂਦਿਆਂ ਦੇਖ ਕੇ ਕਿਹਾ। ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ਖਿੜ ਕਰ ਹੱਸਣ ਲੱਗ ਪਈ। ਹੁਣ ਆਪਾਂ ਕਰਾਂਗੇ ਪਾਠ ਅਭਿਆਸ। ਜਵਾਨੀ ਅਭਿਆਸ। ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ? ਮੈਂ ਹੁਣ ਰੁੱਖ ਨਹੀਂ ਵੱਢ ਸਕਦਾ। ਕੰਬਾਈਨ ਦੀ ਕੀ ਹੁੰਦੀ ਹੈ? ਪੱਕੀ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਕੇ ਇਕੱਠਾ ਕਰਨ ਵਾਲੀ ਮਸ਼ੀਨ ਹੁੰਦੀ ਹੈ। ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ? ਨਿਮੋਲੀਆਂ ਤੋਂ। ਕਹਾਣੀ ਵਿੱਚ ਆਪਣਾ ਜਨਮ ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ? ਗੁਰਦੀਪ ਨੇ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨੀਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ? ਕਿਉਂਕਿ ਨੀਮ ਦਾ ਰੁੱਖ ਕਣਕ ਦੇ ਛੋਣੇ ਦੀ ਵਢਾਈ ਵੇਲੇ ਅੜਿੱਕਾ ਲਾਉਂਦਾ ਸੀ।
ਕੁਹਾੜੇ ਦੇ ਨੀਮ ਦੇ ਰੁੱਖ ਤੋਂ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ? ਕਿਉਂਕਿ ਖੇਤ ਵਿੱਚ ਸਿਰਫ ਇੱਕ ਰੁੱਖ ਹੀ ਬਚਿਆ ਸੀ ਅਤੇ ਜੇ ਇਹ ਵੀ ਵੜਿਆ ਗਿਆ ਤਾਂ ਪੰਛੀ ਉਹਨੂੰ ਕਿੱਥੇ ਪਾਉਣਗੇ ਤੇ ਮੀਂਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੇਗਾ? ਨੀਮ ਦੇ ਰੁੱਖ ਨੇ ਅੰਮ੍ਰਿਤ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ? ਨੀਮ ਦੇ ਰੁੱਖ ਨੇ ਆਖਿਆ ਕਿ ਅੰਮ੍ਰਿਤ ਸਿੰਘ ਦੇ ਦਾਦੇ ਨੇ 5 ਰੁੱਖ ਲਾਏ ਸਨ, ਪਰ ਉਸ ਨੇ 4 ਵੰਡ ਦਿੱਤੇ ਹਨ। ਜੇ ਜੇ ਚਾਰੇ ਰੁੱਖ ਵੰਡੇ ਗਏ ਤਾਂ ਜੇ ਸਾਰੇ ਰੁੱਖ ਵੰਡੇ ਗਏ ਤਾਂ ਧਰਤੀ ਤੇ ਜੀਵ ਜੰਤੂ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ। ਕਹੀ ਕਿਉਂ ਹੱਸ ਪਈ ਸੀ? ਅੰਮ੍ਰਿਤ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ਹੱਸ ਪਈ ਸੀ। ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ? ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਜੇ ਧਰਤੀ ਤੇ ਰੁੱਖ ਨਾ ਰਹੇ ਤਾਂ ਕੋਈ ਜੀਵ ਜੰਤੂ ਵੀ ਜਿੰਦਾ ਨਹੀਂ ਰਹਿ ਸਕੇਗਾ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕਹੀ ਮਜ਼ਦੂਰ ਕਹੀ ਨਾਲ ਟੋਇਆ ਪੁੱਟ ਰਹੇ ਸਨ। ਨੀਮ ਦਾ ਰੁੱਖ ਬਹੁਤ ਵੱਡਾ ਹੁੰਦਾ ਹੈ। ਰੁੱਖ ਨਾ ਹੋਵੇ ਤਾਂ ਧਰਤੀ ਉੱਤੇ ਕੋਈ ਜੀਵਨ ਨਹੀਂ। ਧਰਤੀ ਸਭ ਦੀ ਮਾਂ ਹੈ। ਨਿਮੋਲੀਆ ਨੀਮ ਦੇ ਫਲ ਨਿਮੋਲੀਆ ਵਿੱਚ ਬਹੁਤ ਔਸ਼ਧਿਕ ਗੁਣ ਹੁੰਦੇ ਹਨ। ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ। ਕਹੀ ਕਹੀਆਂ, ਬੇਰੀ ਬੇਰੀਆਂ, ਰੁੱਖ ਰੁੱਖਾਂ, ਕਣਕ ਕਣਕਾਂ। ਰੋਟੀ ਰੋਟੀਆਂ, ਪੰਛੀ ਪੰਛੀਆਂ, ਲੱਕੜੀ ਲੱਕੜੀਆਂ, ਜੜ ਜੜਾਂ, ਗਲ ਗਲਾਂ, ਖੇਤ ਖੇਤਾਂ। ਕਲਪਨਾਮਈ ਸਿਰਜਣਾਤਮਕ ਪਰਖ। ਜੇ ਮਨੁੱਖਾਂ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ਉਹ ਆਪਸ ਵਿੱਚ ਗੱਲਾਂ ਕਰ ਸਕਦੇ ਸਨ। ਉਹ ਮਨੁੱਖ ਨੂੰ ਆਪਣੀ ਮਹੱਤਤਾ ਦੱਸਦੇ। ਉਹ ਆਪਣੇ ਦਿਲ ਦੀ ਗੱਲ ਦੱਸ ਸਕਦੇ ਸਨ। ਉਹਨਾਂ ਦਾ ਇਕਲਾਪਾ ਦੂਰ ਹੋ ਜਾਂਦਾ। ਇਸ ਪਾਠ ਵਿੱਚ ਸੰਦਾਂ ਦੇ ਨਾਂ ਆਏ ਸਨ, ਜਿਵੇਂ ਕੁਹਾੜਾ। ਆਮ ਵਰਤੋਂ ਜਾਂਦੇ ਕਿਸੇ 5 ਸੰਦਾਂ ਦੇ ਨਾਂ ਲਿਖੋ। ਹਥੌੜੀ, ਕਹੀ, ਮੇਖ, ਪੇਚ ਤੇ ਬੇਲਚਾ। ਸ਼ੁੱਧ ਕਰਕੇ ਲਿਖੋ। ਆਂਵਲਾ ਆਂਵਲਾ, ਮੀਂਹ ਮੀਂਹ, ਰੁੱਖ ਰੁੱਖ, ਨੀਮ ਨਿੰਮ, ਸ਼ਹਿਰ ਸ਼ਹਿਰ, ਮੂੰਹੋਂ ਮੂੰਹੋਂ। ਹੇਠਾਂ ਦਿੱਤੀਆਂ ਖਾਲੀ ਥਾਵਾਂ ਵਿੱਚੋਂ ਢੁਕਵੀਂ ਕਿਰਿਆ ਲਿਖੋ। ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲੀਆਂ। ਕੰਬਾਈਨ ਨੂੰ ਜਿਵੇਂ ਮੈਂ ਹੁਣ ਰੁੱਖ ਨਹੀਂ ਵੱਢ ਸਕਦਾ। ਕੰਬਾਈਨ ਨੂੰ ਬੇਰੋਕ ਡੈਸ਼ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ। ਕੰਬਾਈਨ ਨੂੰ ਬੇਰੋਕ ਚਲਾਉਣ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ। ਕੁਹਾੜਾ ਧੀਰਜ ਨਾਲ ਡੈਸ਼, ਕੁਹਾੜਾ ਧੀਰਜ ਨਾਲ ਬੋਲਿਆ। ਪਹਿਲਾਂ ਰੋਟੀ ਖਾ ਲਿਓ। ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਡੈਸ਼ ਹੈ। ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਭਗਵਾਨ ਕੌਰ ਖਿੜ ਖਿੜ ਡੈਸ਼ ਰਹੀ ਸੀ। ਭਗਵਾਨ ਕੌਰ ਖਿੜ ਖਿੜ ਹੱਸ ਰਹੀ ਸੀ। ਆਪਣੇ ਸਕੂਲ ਦੇ ਮੁੱਖ ਅਧਿਆਪਿਕਾ ਨੂੰ 5ਵੀਂ ਪਾਸ ਕਰਨ ਤੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ ਜੀ, ਗਜ਼ਲ ਸਕੂਲ ਜਲੰਧਰ। ਤੁਸੀਂ ਇੱਥੇ ਆਪਣੇ ਸਕੂਲ ਦਾ ਨਾਂ ਲਿਖ ਸਕਦੇ ਹੋ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ ਜਿੱਥੇ ਵੀ ਤੁਸੀਂ ਰਹਿੰਦੇ ਨੇ। ਵਿਸ਼ਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ। ਸ਼੍ਰੀਮਾਨ ਜੀ, ਬੇਨਤੀ ਹੈ ਕਿ 5ਵੀਂ ਜਮਾਤ ਪਾਸ ਕਰ ਲਈ ਹੈ ਕਿ ਮੈਂ 5ਵੀਂ ਜਮਾਤ ਪਾਸ ਕਰ ਲਈ ਆ ਅਤੇ ਮੇਰੇ ਪਿਤਾ ਜੀ ਦਾ ਤਬਾਦਲਾ ਦੂਸਰੇ ਸ਼ਹਿਰ ਵਿੱਚ ਹੋ ਗਿਆ ਹੈ। ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੇ ਮੈਂ ਅਗਲੀ ਜਮਾਤ ਵਿੱਚ ਦਾਖਲਾ ਲੈ ਸਕਾਂ। ਬਹੁਤ ਮਿਹਰਬਾਨੀ ਹੋਵੇਗੀ। ਧੰਨਵਾਦ ਸਹੀ। ਆਪ ਜੀ ਦਾ ਆਗਿਆਕਾਰੀ ਯਸ਼ ਅਗਰਵਾਲ, ਜਮਾਤ 5ਵੀਂ, ਰੋਲ ਨੰਬਰ 11। ਮਿਤੀ 15 ਮਾਰਚ 2021।
ਇੱਥੇ ਤੁਸੀਂ ਆਪਣਾ ਨਾਮ, ਜਮਾਤ ਤੇ ਰੋਲ ਨੰਬਰ ਲਿਖਿਓ। ਥੈਂਕ ਯੂ ਵੈਰੀ ਮਚ ਐਵਰੀਵਨ।